का खालसा वाहिगुरु जी की फतेह। बारू शीतल होए है गुर तन जबै लगाए। हाजरा हजूर जहरा जहूर सर्वशक्तिमान ज्ञान समुंदर बाणी दे बोहित निरंकार सतगुरु अकाल पुरख जोत धन 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 सतगुरु साहिब श्री गुरु ग्रंथ साहिब महाराज जियां दे सजे हुए पावन पवित्र दरबार शाम दे दीवान दे विच जुड़े हुए गुरु प्यार दा आनंद मान रहे समूह गुरु रूप खालसा प्यारी साध संगत जीओ आओ फतेह प्रवान करो। वाहिगुरु जी का खालसा वाहिगुरु जी की फतेह। आपने बड़े प्यार नाल रहरास साहिब ते कीर्तन दा आनंद माणिया। हुण कुछ समां लड़ीवार चल रही गुरु इतिहास की कथा आनंद माणीए। ये भी एक सुभाग है। पंचम पातशाह शहीदां दे सरताज शांति दे सौमे धन 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 सतगुरु श्री गुरु अर्जन देव साहिब महाराज जी का अज शहीदी पुरब है। ते कथा भी आपां जो करते आ रहे हैं लड़ीवार, ये भी प्रसंग है समय अनुसार देवनेत नाल ही आया। कल आपने सुनिया सी सतगुरां नूं चंदू दुष्ट बादशाह दे पेश होण तो उपरंत 2 लाख जुर्माना भरन दा बादशाह ने ताकीद कीती, पर सतगुरु महाराज कहंदे तां संगतां दा है, गुरु का लंगर चलदा है, कोई जगीर नहीं है कि असी तेनों 2 लाख हरजाना भरीए। इता नाले निरंकार परमेश्वर की माया है, ये चो असी जुर्माना नहीं भर सकते। बाणी दे विच कि तुसी मुहम्मद की सिफत पाओ, महाराज ने वो भी जवाब दे दिता। आखिर फिर चंदू वाहिगुरु आखिर फिर जहांगीर जांदा होया जो दी अपनी लिखत है उहदे विच ओह गल नूं स्पष्ट कर दिंदा है। सतगुरां नूं यासा सजा थल्ले कतल करन दा हुक्म दे के आप अगे नूं चलिया जांदा है। मुर्तजा खां दे सतगुरु महाराज हवाले कीते, ਇਹਦੇ ਨਾਲ ज़्यादा ही स्नेह सी जहांगीर बादशाह का। मुर्तजा खां ने सतगुरु महाराज चंदू के हवाले किए। ये चंदू दुष्ट जिहदी हवेली मोती बाजार लाल खूह दे विच लाल सिंह की हवेली भी बजदी है, इत्थे ही रहिंदा सी। पातशाह नूं लिआया, ड्यूटी दे विच सिख बंद कर दिते। सतगुरु पातशाह जियां नूं अंदर लै जांदा है, सिपाहियां दा पहरा ला दिता है कि सतगुरु सौ ना सकण ना ही बैठ सकण। ये भी लिखदा है ज्ञानी ज्ञान सिंह। सूरज प्रकाश के करता भी लिखते हैं कि खड़े रखे गए
ਸੌਣ ਨਹੀਂ ਦਿੱਤੇ, ਭੁੱਖੇ ਰੱਖੇ ਗਏ। ਇਉਂ ਤਸੀਹਿਆਂ ਦੀ ਲੜੀ ਆਰੰਭ ਹੋ ਜਾਂਦੀ ਹੈ। ਕਵੀ ਜੀ ਨੇ ਆਖਿਆ, ਜੋ ਕੱਲ੍ਹ ਆਪਾਂ ਥੋੜ੍ਹਾ ਇਤਿਹਾਸ ਸੀ, ਸਤਿਗੁਰੂ ਜੀ ਦੇਗ 'ਚ ਉਬਾਲੇ ਗਏ। ਕੁਛ ਸਮਕਾਲੀ ਇਤਿਹਾਸ ਹੋਰ ਵੀ ਇਹ ਕਹਿੰਦੇ ਨੇ ਕਿ ਪਹਿਲਾਂ ਦੇਗ 'ਚ ਉਬਾਲੇ ਗਏ, ਪਰ ਇਹ ਵਿਚਾਰ ਆਪਾਂ ਅੱਗੇ ਰੱਖਾਂਗੇ। ਸੋ ਆਓ ਹੁਣ ਸਤਿਗੁਰੂ ਮਹਾਰਾਜ ਜੀਆਂ ਨੂੰ ਜਦੋਂ ਇਹ ਪਹਿਲੇ ਦਿਨ ਭੁੱਖੇ ਰੱਖਣਾ, ਦੂਸਰੇ ਦਿਨ ਦੇਗ ਲੈ ਲਓ, ਹੁਣ ਤੀਸਰੇ ਦਿਨ ਰੇਤੇ ਦੇ ਉੱਤੇ ਮਹਾਰਾਜ ਨੂੰ ਫੇਰਦੇ ਨੇ। ਇੱਥੋਂ ਅਗਲਾ ਇਤਿਹਾਸ ਆਰੰਭ ਹੁੰਦਾ ਹੈ। ਆਪਾਂ ਫਿਰ ਗਿਣਤੀ ਨਾਲ 5 ਤਸੀਹੇ ਮਹਾਰਾਜ ਨੂੰ ਵੱਖਰੇ ਵੱਖਰੇ ਦਿੱਤੇ, ਮਗਰੋਂ ਵਿਚਾਰਾਂਗੇ। ਪਹਿਲਾਂ ਆਪਾਂ ਇਤਿਹਾਸ ਸੁਣੀਏ, ਮਨ ਇਕਾਗਰ ਕਰੀਏ, ਰਸਨਾ ਪਵਿੱਤਰ ਕਰੀਏ, ਉਚਾਰਨ ਕਰੀਏ, ਜੁੜੀਏ ਗੁਰੂ ਚਰਨਾਂ ਦੇ ਵਿੱਚ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਾਰੂ ਸੀਤਲ ਹੋਏ ਹੈ, ਗੁਰ ਤਨ ਜਬੈ ਲਗਾਏ। ਹਰ ਕਵੀ ਜੀ ਨਾਲ ਇਹ ਵੀ ਗੱਲ ਦੱਸਦੇ ਨੇ ਕਿ ਜਦੋਂ ਸਤਿਗੁਰੂ ਮਹਾਰਾਜ ਜੀਆਂ ਦੇ ਸਰੀਰ ਦੇ ਨਾਲ ਤੱਤਾ ਰੇਤਾ ਅੱਗ ਵਾਂਗੂ ਭਖਦਾ ਲੱਗ ਜਾਂਦਾ ਹੈ ਤਾਂ ਉਹ ਵੀ ਠੰਡਾ ਹੋ ਜਾਂਦਾ ਹੈ। 8 ਪੈਰ ਐਸੇ ਕੀਓ, ਪਾਪੀ ਜਤਨ ਬਣਾਏ। ਇਹ ਪਾਪੀਆਂ ਨੇ ਯਤਨ ਬਣਾਇਆ, 8 ਪੈਰ ਮਹਾਰਾਜ ਨੂੰ ਇਸੇ ਤਰ੍ਹਾਂ ਹੀ ਕਰਦੇ ਰਹੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਰ ਸਤਿਗੁਰਾਂ ਨੇ ਇਸ ਤਰ੍ਹਾਂ ਦੀ ਕੋਈ ਕਰਾਮਾਤ ਨਹੀਂ ਸੀ ਦਿਖਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ 'ਚ ਰਹੇ। ਜੇ ਤੱਤਾ ਰੇਤਾ ਵੀ ਸੀ ਸਿਰ ਦੇ ਉੱਤੇ ਜਾਂ ਸਰੀਰ ਦੇ ਉੱਤੇ ਪੈਰਾਂ 'ਤੇ ਪਿਆ ਤਾਂ ਸਾਰੇ ਸਰੀਰ ਦੇ ਉੱਤੇ ਫਲੂਹੇ ਮੋਤੀਆਂ ਵਰਗੇ ਬੜੇ ਸੁੰਦਰ ਛਾਲੇ ਪੈ ਗਏ ਸਨ। ਹੁਣ ਪਾਪੀ ਮਨ ਇਹੋ ਵਿਚਾਰੀ। ਜਦੋਂ ਮਹਾਰਾਜ ਫੀਰ ਨਾ ਮੰਨੇ, ਹੁਣ ਪਾਪੀ ਮਨ ਦੇ ਵਿੱਚ ਵਿਚਾਰਦਾ ਹੈ। ਬੋਲਤ ਨਹੀਂ ਮੌਨ ਇਨ ਧਾਰੀ। ਇਹ ਬੋਲਦੇ ਨਹੀਂ ਹਨ, ਜਵਾਬ ਨਹੀਂ ਦਿੰਦੇ, ਪਰ ਸਤਿਗੁਰਾਂ ਨੇ ਜਵਾਬ ਦੇ ਦਿੱਤਾ ਸੀ। ਕਿਉਂਕਿ ਜੋ ਸਤਿਗੁਰੂ ਪਾਤਸ਼ਾਹ ਨੇ ਬਚਨ ਦੇ ਦਿੱਤਾ ਸੀ ਸੰਗਤਾਂ ਨੂੰ, ਸੰਗਤਾਂ ਦਾ ਬਚਨ ਮਹਾਰਾਜ ਨੇ ਮੋੜਿਆ ਨਹੀਂ ਸੀ ਕਿ ਠੀਕ ਹੈ, ਸੰਗਤਾਂ ਦਾ ਹੁਕਮ ਹੈ ਤਾਂ ਉਹ ਦੁਸ਼ਟ ਚੰਦੂ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਨਾ। ਮਹਾਰਾਜ ਨੇ ਇਹ ਵੀ ਕਹਿ ਦਿੱਤਾ ਕਿ ਨਹੀਂ, ਇਹ ਗੱਲ ਨਹੀਂ ਹੋ ਸਕਦੀ। ਜੋ ਅਸੀਂ ਬਚਨ ਕਰ ਚੁੱਕੇ ਹਾਂ, ਇਹ ਬਚਨ ਹੁਣ ਮੁੜ ਨਹੀਂ ਸਕਦਾ ਹੈ। ਅਸੀਂ ਤੇਰੀ ਪੁੱਤਰੀ ਦਾ ਰਿਸ਼ਤਾ ਨਹੀਂ ਪ੍ਰਵਾਨ ਕਰਨਾ। ਬਾਕੀ ਤੂੰ ਜੋ ਮਰਜ਼ੀ ਹੈ, ਸਾਡੇ ਨਾਲ ਜੋ ਤੂੰ ਕਰਨਾ ਹੈ ਕਰ ਸਕਦਾ ਹੈ। ਇਸ ਕਰਕੇ ਚੰਦੂ ਦੁਸ਼ਟ ਜਿਉਂ-ਜਿਉਂ ਮਹਾਰਾਜ ਨਾਲ ਗੱਲ ਕਰਦਾ ਹੈ ਤਿਉਂ ਇਹ ਚਿੜ ਜਾਂਦਾ ਹੈ, ਗੁੱਸੇ ਹੁੰਦਾ ਹੈ ਅਤੇ ਮਹਾਰਾਜ ਨੂੰ ਅੱਗੇ ਤਸੀਹਾ ਵਧਾਉਂਦਾ ਹੈ। ਲੋਹ ਤਪਤ ਕਰ ਤਰੇ ਧਰਾਮੋ। ਕੀ ਕਹਿੰਦਾ ਹੈ ਫਿਰ? ਕਹਿੰਦਾ ਲੋਹ ਤੱਤੀ ਤਵੀ ਕਰਕੇ ਉੱਤੇ ਬਿਠਾਵਾਂਗਾ। ਬੋਲੇ ਉੱਪਰ ਜਬੈ ਬਿਠਾਵੋ। ਬੋਲਦਾ ਕਹਿੰਦਾ ਜਦੋਂ ਨਾ ਲੋਹ ਤੱਤੀ ਕਰਕੇ ਉੱਤੇ ਬਿਠਾਇਆ। ਤਪਤ ਤਾਂਬ ਸਮ ਲੋਹ ਕਰਾਓ। ਲੋਹ ਤਪਤੀ ਤਾਂਬੇ ਵਾਂਗੂ, ਜਿਵੇਂ ਤਾਂਬਾ ਲਾਲ ਰੰਗ ਦਾ ਹੁੰਦਾ, ਐਸੀ ਲਾਲ ਲੋਹ ਕਰਾ ਕੇ। ਤ੍ਰਿਤੀਏ ਦਿਵਸ ਯੋਂ ਕਹਾ ਸੁਣਾਏ। ਇਹ ਤੀਸਰਾ ਦਿਨ ਸੀ। ਇਉਂ ਇਹ ਗੱਲ ਪਹਿਲਾਂ ਸਤਿਗੁਰੂ ਮਹਾਰਾਜ ਨੂੰ ਕਹੀ। ਕਹਿਣ ਲੱਗਿਆ ਵੀ ਦੇਖ ਲਓ, ਅੱਜ ਮੈਂ ਤੱਤੀ ਤਵੀ 'ਤੇ ਬਿਠਾਵਾਂਗਾ, ਨਹੀਂ ਫਿਰ ਮੇਰੀ ਗੱਲ ਮਨਜ਼ੂਰ ਕਰ ਲਓ। ਅਬੈ ਸਗਾਈ ਕੋ ਮਨ ਲੀਜੈ। ਹਾਲ ਵੀ ਬਹੁਤ ਸਮਾਂ ਹੈ, ਹੁਣ ਵੀ ਤੁਸੀਂ ਪ੍ਰਵਾਨ ਕਰ ਲਓ, ਮੰਨ ਲਓ ਮੇਰੀ ਧੀ ਦਾ ਰਿਸ਼ਤਾ। ਨਾ ਧਰ ਲੋਹ ਚਰਨ ਧਰ ਦੀਜੈ। ਨਹੀਂ ਤਾਂ ਫਿਰ ਦੇਖ ਲਓ, ਮੈਂ ਲੋਹ ਤੱਤੀ ਤਵੀ ਕਰਕੇ ਤੁਹਾਡੇ ਪੈਰਾਂ ਥੱਲੇ ਰੱਖ ਦਿਆਂਗਾ। ਦੋਹਰਾ ਗੁਰੂ ਨਾਨਕ ਕੋ ਜਾਪ ਜਪ, ਗੁਰੂ ਅਰਜਨ ਸੁਖ ਪਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਦੀਵ ਕਾਲ ਇੱਕ ਰਸ ਨਿਰੰਕਾਰ 'ਚ ਜੁੜੇ ਹੋਏ
ਜਪਜੀ ਸਾਹਿਬ ਜੀ ਦਾ ਪਾਠ ਕਰਦੇ ਰਹਿੰਦੇ। ਤਪਤ ਤਾਮਰ ਸਮ ਲੋਹ ਜੋ ਤਾਂ ਪਰ ਬੈਠੇ ਜਾਏ। ਲੋ ਤੱਤੀ ਤਵੀ ਕੀਤੀ ਗਈ, ਬਹੁਤ ਜ਼ਿਆਦਾ ਤਾਂਬੇ ਵਾਂਗੋਂ ਤਪਣ ਲੱਗੀ। ਫਿਰ ਸਤਿਗੁਰੂ ਮਹਾਰਾਜ ਨੂੰ ਹੁਕਮ ਕੀਤਾ ਕਿ ਬੈਠੋ ਹੁਣ ਇਹ ਤੱਤੀ ਤਵੀ ਦੇ ਉੱਤੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਤਨਾਮ ਕਹਿ ਕੇ ਤਵੀ ਦੇ ਉੱਤੇ ਜਾ ਬੈਠਦੇ ਹਨ। ਚੌਪਈ ਸੀਲ ਲੋ ਤਬੈ ਹੋਏ ਆਈ। ਕਵੀ ਜੀ ਕਹਿੰਦੇ ਲੋਹ ਸੀ ਜਿਹੜੀ ਤਪਦੀ ਉਹ ਸੀਲ ਹੋ ਗਈ, ਭਾਵ ਠੰਡੀ ਹੋ ਗਈ, ਪਰ ਠੰਡੀ ਨਹੀਂ ਸੀ ਹੋਈ ਕਿਉਂ ਸਤਿਗੁਰੂ ਮਹਾਰਾਜ ਨੇ ਕਰਾਮਾਤ ਤਾਂ ਦਿਖਾਉਣੀ ਨਹੀਂ ਸੀ, ਸਾਨੂੰ ਇਹ ਸਬਕ ਸਿਖਾਉਣਾ ਸੀ। ਭਾਣੇ 'ਚ ਰਹਿਣ ਦਾ ਆਪਣਾ ਤਸੀਹਾ ਸਰੀਰ 'ਤੇ ਝੱਲਣਾ ਸੀ। ਤਵੀ ਦੇ ਉੱਤੇ ਜਦੋਂ ਮਹਾਰਾਜ ਚੜ੍ਹੇ ਅੱਗ ਵਾਂਗੂ ਮੱਚਦੀ ਸੀ। ਪਾਤਸ਼ਾਹ ਦੇ ਚਰਨਾਂ ਦਾ ਮਾਸ ਤੇ ਜਦੋਂ ਬੈਠ ਜਾਂਦੇ ਨੇ ਫਿਰ ਸਾਰੇ ਸਰੀਰ ਦਾ ਨੀਚੋਂ ਮਾਸ ਸੜ ਰਿਹਾ ਹੈ, ਭਾਵ ਕਿ ਬਦਬੂ ਸੁਗੰਧੀ ਆ ਰਹੀ ਹੈ। ਪ੍ਰਤੀਤ ਹੋ ਰਿਹਾ ਕਿ ਸਤਿਗੁਰੂ ਬੜੇ ਦੁੱਖ ਨੇ, ਪਰ ਸਤਿਗੁਰੂ ਮਹਾਰਾਜ ਨੂੰ ਇਹ ਦੁੱਖ ਕੋਈ ਨਹੀਂ ਸੀ। ਨਾਮ ਦੇ ਵਿੱਚ ਰਸਿਆ ਹੋਇਆਂ ਨੂੰ ਦੁੱਖ ਨਹੀਂ ਹੋਇਆ ਕਰਦਾ। ਅਸੀਂ ਜਿਹੜੇ ਸੰਸਾਰੀ ਜੀਵ ਦੇਖਦੇ ਹਾਂ ਸਾਨੂੰ ਪ੍ਰਤੀਤ ਹੁੰਦਾ, ਪਰ ਹੈ ਜਦੋਂ ਆਪਾਂ ਦੇਖਦੇ ਹਾਂ ਬਹੁਤ ਘਿਨਾਉਣਾ ਦੁੱਖ, ਘਿਨਾਉਣੀ ਹਰਕਤ ਇਹ ਦੁਸ਼ਟ ਚੰਦੂ ਕਰ ਰਿਹਾ ਹੈ। ਸੀਲ ਲੋ ਤਬੈ ਹੋਏ ਆਈ। ਇਹ ਲੋਹ ਸੀ ਜਿਹੜੀ ਤਪਦੀ ਠੰਡੀ ਹੋ ਜਾਂਦੀ ਹੈ। ਬਾਰ ਨਾ ਬਾਕਨ ਗੁਰ ਕੋ ਪਾਈ। ਸਤਿਗੁਰੂ ਮਹਾਰਾਜ ਨੂੰ ਉੱਤੇ ਬਿਠਾ ਕੇ ਫਿਰ ਵੀ ਕਹਿੰਦਾ ਹੈ ਵੀ ਹੁਣ ਵੀ ਬੋਲ ਪੋ, ਹੁਣ ਵੀ ਹਾਂ ਕਰ ਦੋ। ਇਹ ਬੋਲ ਕੀ ਬੁਲਾਉਂਦਾ ਸੀ ਵੀ ਇੱਕ ਵਾਰੀ ਹਾਂ ਕਰੋ, ਰਿਸ਼ਤਾ ਮਨਜ਼ੂਰ ਕਰ ਲਓ, ਮੈਂ ਸਾਰਾ ਕੁਛ ਬਾਦਸ਼ਾਹ ਦੇ ਨਾਲ ਆਪ ਹੀ ਗੱਲ ਕਰਾਂਗਾ। ਪਰ ਸਤਿਗੁਰੂ ਮਹਾਰਾਜ ਸਦਾ ਕਿਉਂਕਿ ਇੱਕ ਰਸ ਪਰਮਾਤਮਾ 'ਚ ਜੁੜੇ ਹੋਏ ਨੇ। ਕਰੇ ਦੁਸ਼ਟ ਰਹੇ ਅਗਨ ਜਲਾਏ। ਥੱਲੇ ਦੁਸ਼ਟ ਅੱਗ ਮਚਾਉਂਦੇ ਰਹੇ। ਸ੍ਰੀ ਗੁਰੂ ਬੈਠੇ ਮਨ ਸੁਖ ਪਾਏ। ਧੰਨ ਸਤਿਗੁਰੂ ਮਹਾਰਾਜ ਮਨ ਕਰਕੇ ਆਨੰਦ ਦੇ ਵਿੱਚ ਸੁਖ 'ਚ ਬੈਠੇ ਹਨ। ਚੌਥੇ ਦਿਨ ਯੋਂ ਪਾਪੀ ਕੀਨੋ। ਹੁਣ ਚੌਥਾ ਦਿਨ ਆ ਗਿਆ। ਚੌਥੇ ਦਿਨ ਇਹ ਪਾਪੀ ਦੁਸ਼ਟ ਕੀ ਕਰਦਾ ਹੈ? ਆਪਣੇ ਮਨ ਮੈਂ ਐਸੋ ਚੀਨੋ। ਇਹਨੇ ਆਪਣੇ ਮਨ ਦੇ ਵਿੱਚ ਇਹ ਵਿਚਾਰ ਲਾਈ। ਔਰ ਯਤਨ ਇਹ ਉਹ ਉਤਾਰ ਹੈ ਕਾਕੋ। ਭਾਵ ਕਿ ਹੋਰ ਵੀ ਯਤਨ ਕਰੀਏ ਕੋਈ ਨਾ ਕੋਈ। ਹਿੰਦੂ ਸਹੁ ਜੋ ਸੋਏ ਕਰਾਹੀ। ਇਸ ਤਰ੍ਹਾਂ ਕਰਨਾ ਚਾਹੀਦਾ ਹੈ। ਹੁਣ ਚੌਥਾ ਯਤਨ ਤਿਆਰ ਕਰਦਾ ਹੈ। ਦੋਹਰਾ ਗੋਕਾ ਚਰਮ ਉਤਾਰ ਕੇ ਜਾਂ ਕੋ ਤਨ ਦਿਓ ਛਾਏ। ਕੀ ਆਖਿਆ ਕਿ ਗਊ ਦਾ ਜਿਉਂਦੀ ਗਊ ਦੀ ਖੱਲ ਲਾ ਕੇ ਉਹਦੇ ਵਿੱਚ ਇਹਨਾਂ ਦਾ ਸਰੀਰ ਮੜ ਦਿਓ। ਤਥੈ ਸਗਾਈ ਮਾਨ ਹੈ ਧਰਮ ਹੇਤ ਡਰ ਪਾਏ। ਹੋ ਸਕਦਾ ਹੈ ਵੀ ਧਰਮ ਤੋਂ ਡਰਦੇ ਹੋਏ, ਇੱਕ ਤਾਂ ਗਊ ਹੈ, ਗਊ ਦੀ ਕਸਮ, ਗਊ ਦਾ ਜਾਇਆ, ਭਾਵ ਕਿ ਹਿੰਦੁਸਤਾਨ ਦੀ ਇਹ ਪੱਧਤੀ ਹੈ। ਉਸ ਸੂਅਰ, ਉਸ ਗਾਏ, ਹਿੰਦੂ ਲੋਕ ਗਊ ਨੂੰ ਪੂਜਦੇ ਨੇ, ਮੁਸਲਮਾਨ ਸੂਰ ਨੂੰ ਪੂਜਦੇ ਨੇ। ਪਰ ਸਤਿਗੁਰੂ ਮਹਾਰਾਜ ਨੂੰ ਇਹ ਡਰਾਉਂਦਾ ਸੀ। ਆਪ ਵੀ ਹਿੰਦੂ ਸੀ, ਪਰ ਇਹ ਵੀ ਗੱਲ ਸੋਚਣ ਵਾਲੀ ਹੈ। ਇੱਕ ਹਿੰਦੂ ਹੁੰਦਾ ਹੋਇਆ ਆਪਣੇ ਸਾਹਮਣੇ ਫਿਰ ਗਊ ਦੀ ਖੱਲ ਲਹਾਵੇ, ਇਹ ਵੀ ਗੱਲ ਬੜੀ ਮੁਸ਼ਕਲ ਹੈ। ਜੇ ਆਪਾਂ ਮੰਨ ਲਈਏ ਕਿ ਹੰਕਾਰੀ ਪੁਰਸ਼, ਜਿਹੜੇ ਜ਼ਾਲਮ ਲੋਕ ਜ਼ੁਲਮ ਕਰਨ ਵਾਲੇ ਹੁੰਦੇ ਨੇ, ਉਹਨਾਂ ਦਾ ਕੋਈ ਧਰਮ ਨਹੀਂ ਹੋਇਆ ਕਰਦਾ, ਇਹ ਵੀ ਗੱਲ ਸੱਚ ਹੈ। ਉਹਨਾਂ ਲਈ ਕੋਈ ਧਰਮ ਨਹੀਂ ਹੁੰਦਾ, ਉਹ ਜੋ ਜੀ ਚਾਹਣ ਉਹੀ ਕੁਛ ਕਰਦੇ ਨੇ। ਇਸ ਤਰ੍ਹਾਂ ਮੰਨ ਲਓ ਵੀ ਇਹ ਚੰਦੂ ਵੀ ਇਸ ਤਰ੍ਹਾਂ ਦੀ ਇੱਕ ਯਤਨ ਕਰਨ ਲੱਗਿਆ ਹੈ ਵੀ ਹੋ ਸਕਦਾ ਹੈ ਇਸ ਗੱਲ ਤੋਂ ਸਤਿਗੁਰੂ ਡਰ ਜਾਣ। ਚੌਪਈ ਗੋਕਾ ਕੱਚਾ ਚਰਮ ਉਤਾਰਿਓ। ਕਿਉਂ ਕਹਿੰਦੇ ਨੇ? ਹੁਣ ਇੱਥੇ ਕਵੀ ਜੀ ਸਪਸ਼ਟ ਲਿਖਦੇ ਨੇ, ਗਿਆਨੀ ਗਿਆਨ ਸਿੰਘ ਨੇ ਵੀ ਲਿਖਿਆ ਹੈ ਤੇ ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਵੀ ਇਹ ਗੱਲ ਲਿਖ ਦਿੰਦੇ ਨੇ ਕਿ ਗਊ ਦਾ ਕੱਚਾ ਖੱਲ
ਕਸਾਈ ਦੇ ਕੋਲੋਂ ਲਹਾ ਲਿਆ ਹੈ। ਆਨ ਅਗਰ ਸ੍ਰੀ ਗੁਰ ਕੈ ਡਾਰਿਓ। ਇਹ ਚੌਥੀ ਦਿਨ ਸਤਿਗੁਰਾਂ ਦੇ ਕੋਲ ਸ਼ਾਮ ਨੂੰ ਲਿਆਂਦਾ ਗਿਆ। ਕਹਿੰਦੇ ਹੋਏ ਸਨਮੁਖ ਪਾਪੀ ਤਬ ਕਹਾ। ਸਨਮੁਖ ਹੋ ਕੇ ਪਾਪੀ ਦੁਸ਼ਟ ਸਤਿਗੁਰੂ ਮਹਾਰਾਜ ਜੀ ਨੂੰ ਆਖਣ ਲੱਗਿਆ ਮਾਨ ਸਗਾਈ ਨੈ ਦੁਖ ਮਹਾ। ਵੀ ਇਸ ਤਰ੍ਹਾਂ ਜਾਂ ਤਾਂ ਫਿਰ ਸੰਗਾਈ ਮੰਨ ਲਓ, ਪ੍ਰਵਾਨ ਕਰ ਲਓ। ਸ੍ਰੀ ਗੁਰ ਕੈ ਸਨਾਨ ਹਮ ਕਹੀਏ। ਸਤਿਗੁਰੂ ਮਹਾਰਾਜ ਚੁੱਪ ਰਹੇ, ਕੋਈ ਬਚਨ ਨਾ ਕੀਤਾ। ਇੱਕੋ ਗੱਲ ਕਹੀ ਕਿ ਇਸ਼ਨਾਨ ਕਰਨਾ ਹੈ। ਪਾਂਚ ਸਿੱਖ ਹਮਰੇ ਸੰਗ ਦਈਏ। 5 ਸਿੱਖ ਸਾਡੇ ਨਾਲ ਭੇਜ ਦਿਓ। ਚੰਦੂ ਸੁਨ ਮਨ ਮੈਂ ਸੁਖ ਪਾਇਓ। ਚੰਦੂ ਸੁਣ ਕੇ ਮਨ ਕਰਕੇ ਬੜਾ ਪ੍ਰਸੰਨ ਹੋਇਆ ਹੈ। ਬੋਲੇ ਅਬ ਬਚ ਮੋਰ ਮਨਾਇਓ। ਕੀ ਸੋਚਿਆ? ਕਹਿੰਦਾ ਵੀ ਹੋ ਸਕਦਾ ਵੀ ਹੁਣ ਮੇਰੀ ਗੱਲ ਮਨਜ਼ੂਰ ਹੋ ਗਈ, ਮੰਨ ਜਾਣਗੇ। ਦੋਹਰਾ ਕਛ ਮਨੁਖ ਆਪਣੇ ਦੀਏ। ਗੁਰ ਕੇ ਸੰਗ ਸੁਧਾਰ। ਕੁਛ ਆਪਣੇ ਬੰਦੇ ਵੀ ਨਾਲ ਤੋਰ ਦਿੱਤੇ ਨੇ ਤੇ ਉਹ ਗੁਰਸਿੱਖ ਵੀ ਨਾਲ ਚੱਲੇ। ਪਾਂਚ ਸਿੱਖ ਕੋ ਸੰਗ ਲੈ। ਸ੍ਰੀ ਗੁਰੂ ਚੱਲੇ ਮੁਰਾਰ। ਮੁਰਾਰ ਪਰਮੇਸ਼ਰ ਸਰੂਪ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ 5 ਗੁਰਸਿੱਖਾਂ ਨੂੰ ਨਾਲ ਲੈ ਕੇ ਇਉਂ ਚੰਦੂ ਦੀ ਹਵੇਲੀ ਚੋਂ, ਜੋ ਦਰਿਆ ਦੇ ਕਿਨਾਰੇ ਹੀ ਹੈ ਪਿਛਲੇ ਪਾਸੇ ਰਾਵੀ ਦੇ, ਉਸ ਪਾਸੇ ਨੂੰ ਨਿਕਲੇ ਨੇ। ਚੌਪਈ ਨਿਜ ਮਨੁਖ ਕੋ ਚੰਦੂ ਭਾਖਿਓ। ਇਸ ਤਰ੍ਹਾਂ ਚੰਦੂ ਫਿਰ ਕਹਿੰਦਾ ਹੈ ਆਪਣੇ ਮਨ ਕਰਕੇ, ਕਛੂ ਨ ਕਹੋ ਨਜ਼ਰ ਮੇ ਰਾਖਿਓ। ਆਪਣੇ ਨਾਲ ਦੇ ਮਨੁੱਖ ਜਿਹੜੇ ਇਹਦੇ ਆਪਣੇ ਬੰਦੇ ਸੀ ਉਹਨਾਂ ਨੂੰ ਕਹਿ ਰਿਹਾ ਹੈ, ਕਹਿਣ ਲੱਗਿਆ ਵੀ ਤੁਸਾਂ ਨੇ ਪੂਰੀ ਤਕੜਾਈ ਰੱਖਣੀ ਹੈ, ਨਿਗਾਹ ਰੱਖਣੀ ਹੈ, ਪਰ ਕਹਿਣਾ ਕੁਛ ਨਹੀਂ ਹੈ। ਰਾਵੀ ਔਰ ਗੁਰ ਕਰ ਪਿਆਨਾ। ਸਤਿਗੁਰੂ ਮਹਾਰਾਜ ਦੀ ਹਵੇਲੀ ਚੋਂ ਨਿਕਲ ਕੇ ਰਾਵੀ ਨੂੰ ਗਏ। ਜੇਠੇ ਆਦ ਸਿੱਖ ਗੁਣਵਾਨਾ। ਨਾਲ ਭਾਈ ਜੇਠਾ ਜੀ, ਭਾਈ ਪੁਰਾਣਾ ਜੀ 5 ਗੁਰਸਿੱਖ ਸੀ। ਕੁਛ ਕਦੂਰ ਚੰਦੂ ਨਰ ਜਾਵੇ। ਕੁਛ ਚੰਦੂ ਦੇ ਭੇਜੇ ਹੋਏ ਪਿਆਦੇ ਜਿਹੜੇ ਸਿਪਾਹੀ ਨੇ ਉਹ ਵੀ ਨਾਲ ਜਾ ਰਹੇ ਨੇ। ਜਾਹੇ ਨਾ ਨਿਕਟ ਗੁਰੂ ਭੈ ਖਾਵੇ। ਸਤਿਗੁਰਾਂ ਤੋਂ ਭੈ ਵੀ ਖਾਂਦੇ ਨੇ, ਬਾਹਲਾ ਨੇੜੇ ਨਹੀਂ ਲੱਗਦੇ। ਸ੍ਰੀ ਗੁਰੂ ਰਾਵੀ ਕੀਓ ਸਨਾਨਾ। ਸਤਿਗੁਰੂ ਮਹਾਰਾਜ ਨੇ ਰਾਵੀ 'ਚ ਜਾ ਕੇ ਇਸ਼ਨਾਨ ਕੀਤਾ। ਸਿੱਖ ਪੀ ਪਾਂਚੋ ਮੱਜਣ ਠਾਨਾ। 5 ਗੁਰਸਿੱਖਾਂ ਨੇ ਵੀ ਇਸ਼ਨਾਨ ਕਰ ਲਿਆ। ਦੋਹਰਾ ਜਪਜੀ ਪੜ ਸੁਖਮਣੀ ਪੜ ਪੁਨ ਵਡ ਹੰਸੈ ਵਾਰ। ਹੁਣ ਕਵੀ ਜੀ ਕਹਿ ਰਹੇ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਹੈ, ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਹੈ, ਫਿਰ ਬੜਹੰਸ ਰਾਗ ਦੀ ਵਾਰ ਦਾ ਪਾਠ ਕੀਤਾ ਹੈ। ਮਾਰੂ ਡਖਣੇ ਵਾਰ ਪੜ ਸ੍ਰੀ ਮੁਖ ਬਚਨ ਉਚਾਰ। ਮਾਰੂ ਡਖਣਿਆਂ ਦੀ ਵਾਰ ਪੜ੍ਹੀ, ਫਿਰ ਬਚਨ ਕੀਤੇ ਉਸ ਤੋਂ ਉਪਰੰਤ। ਚੌਪਈ ਸੁਨੋ ਸਿੱਖ ਤੁਮ ਮੇਰਾ ਪ੍ਰਾਨਾ। ਮਹਾਰਾਜ ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਸਿੱਖਾਂ ਨੂੰ ਕਹਿਣ ਲੱਗੇ, ਗੁਰਸਿੱਖੋ ਇਹ ਹੁਣ ਬਚਨ ਸੁਣੋ ਸਾਡੇ, ਭਾਵ ਕੇ ਜੋ ਹੁਣ ਸਮੇਂ ਦੇ ਬਚਨ ਨੇ ਇਹ ਬੜੇ ਧਿਆਨ ਨਾਲ ਸਰਵਣ ਕਰੋ। ਸਤ ਬਚਨ ਏ ਹਮਰੇ ਜਾਨਾ। ਸਾਡੇ ਬਚਨ ਸਤ ਕਰਕੇ ਜਾਣਨੇ। ਹਮ ਅਬ ਜੋਤੀ ਜੋਤ ਸਮਾਵੈ। ਅਸੀਂ ਹੁਣ ਜੋਤੀ ਜੋਤ ਸਮਾ ਜਾਵਾਂਗੇ। ਪਾਛੇ ਕਰੋ ਜੋ ਤੁਮੈ ਬਤਾਵੈ। ਉਸ ਤੋਂ ਬਾਅਦ ਉਹੀ ਕੁਛ ਕਰਨਾ ਜੋ ਅਸੀਂ ਬਚਨ ਆਖਾਂਗੇ। ਹਮਰੀ ਦੇਹ ਨ ਦਾਹ ਕਰਾਵੋ। ਸਾਡੇ ਸਰੀਰ ਦਾ ਸੰਸਕਾਰ ਨਹੀਂ ਕਰਨਾ ਹੈ। ਜਪਜੀ ਪੜਤ ਨਦੀ ਮੈਂ ਜਾਵੋ। ਜਪਜੀ ਸਾਹਿਬ ਦਾ ਪਾਠ ਕਰਕੇ ਜਲ ਪ੍ਰਵਾਹ ਕਰ ਦੇਣਾ। ਜਪਜੀ ਭੋਗ ਜਹਾਂ ਤੁਮ ਪਾਵੋ। ਜਦੋਂ ਜਪਜੀ ਸਾਹਿਬ ਜੀ ਦੀ ਸੰਪੂਰਨਤਾਈ ਕਰੋਗੇ ਤਬੈ ਦੇਹ ਪਰਵਾਹ ਕਰਾਵੋ। ਤਾਂ ਉਸੇ ਸਮੇਂ ਸਾਡੇ ਸਰੀਰ ਨੂੰ ਜਲ ਪ੍ਰਵਾਹ ਕਰ ਦੇਣਾ ਹੈ। ਸੋਰਠਾ ਹਰ ਗੋਬਿੰਦ ਗੁਰ ਪਾਸ ਬਹਰ ਜਾਏ ਸਭੀ ਕਹੋ। ਫਿਰ ਉਸ ਤੋਂ ਬਾਅਦ ਹਰਗੋਬਿੰਦ ਜੀਆਂ ਨੂੰ ਜਾ ਕੇ ਸਾਰੀ ਗੱਲ ਕਹਿਣੀ ਸਾਡੇ ਵੱਲੋਂ। ਕਰਿਓ ਪੁਨ ਅਰਦਾਸ ਬਹੁ ਤੁਰਕਣ ਕੋ ਜੁਤ ਕਰ। ਇਸ ਤਰ੍ਹਾਂ ਵੀ ਕੀ ਆਖਣਾ ਹੈ ਵੀ ਸਾਡੇ ਵੱਲੋਂ ਹੁਕਮ ਕਹਿਣਾ ਵੀ ਸਤਿਗੁਰਾਂ ਦਾ ਹੁਕਮ ਹੈ ਵੀ ਹੁਣ ਜਿਹੜੇ ਤੁਰਕ ਨੇ, ਤੁਰਕਾਂ ਦੇ ਨਾਲ ਯੁੱਧ ਕਰਨਾ, ਇਹਨਾਂ ਦੁਸ਼ਟਾਂ ਨੂੰ ਸੋਧਾ ਲਾਉਣਾ ਹੈ। ਹੁਣ ਸ਼ਾਂਤੀ ਰੱਖਣ ਦਾ, ਟਿਕਾ ਰੱਖਣ ਦਾ ਸਮਾਂ ਨਹੀਂ ਰਿਹਾ। ਚੌਪਈ ਜਾਂ ਮੈਂ ਏਕ ਰਬਾਬੀ ਆਇਓ। ਇੰਨੇ ਨੂੰ ਇੱਕ ਰਬਾਬੀ ਆ ਜਾਂਦਾ ਹੈ। ਦੋ ਤਾਰਾ ਹੱਥ ਅਨਾਸ ਸੁਹਾਇਓ। ਜਿਹਦੇ ਕੋਲ
ਉਤਾਰਾ ਹੈ। ਆਏ ਬੰਦਨਾ ਗੁਰ ਕੋ ਕੀਨੀ। ਆ ਕੇ ਸਤਿਗੁਰੂ ਮਹਾਰਾਜ ਜੀਆਂ ਨੂੰ ਇਸ ਰਬਾਬੀ ਨੇ ਬੰਦਨਾ ਕੀਤੀ। ਸ੍ਰੀ ਗੁਰ ਤਿਸ ਕੋ ਆਗਿਆ ਦੀਨੀ। ਮਹਾਰਾਜ ਨੂੰ ਹੁਕਮ ਕਰਦੇ ਨੇ, ਆਗਿਆ ਕਰਦੇ ਹਨ। ਮਾਰੂ ਸ਼ਬਦ ਪੜੋ ਮਨ ਲਾਏ। ਮਹਾਰਾਜ ਕਹਿਣ ਲੱਗੇ ਉਸ ਰਬਾਬੀ ਨੂੰ ਵੀ ਮਾਰੂ ਰਾਮ ਭਾਵ ਕਿ ਮਾਰੂ ਸ਼ਬਦ ਪੜੋ ਵਿਰਾਗਮਈ। ਜੇਠੇ ਤੇ ਕਛ ਦਰਬ ਦਿਵਾਏ। ਭਾਈ ਜੀਠਾ ਜੀਆਂ ਤੋਂ ਕੁਛ ਮਾਇਆ ਦਵਾਈ ਇਸ ਰਬਾਬੀ ਨੂੰ। ਪੁਨ ਇਸ਼ਨਾਨ ਗੁਰੂ ਜੀ ਕੀਨਾ। ਇਸ਼ਨਾਨ ਫੀਰ ਕੀਤਾ ਸਤਿਗੁਰੂ ਪਾਤਸ਼ਾਹ ਜੀਆਂ ਨੇ। ਜਪਜੀ ਬਹੁਰ ਪੜਾ ਰਸ ਲੀਨਾ। ਬੜਾ ਰਸ ਲਿਆ, ਜਪਜੀ ਸਾਹਿਬ ਜੀ ਦਾ ਪਾਠ ਕੀਤਾ। ਦੋਰਾ ਗੁਰ ਅਰਜਨ ਜਪਜੀ ਪੜਾ ਪਾਏ ਭੋਗ ਤਹਿਵਾਰ। ਸਤਿਗੁਰੂ ਮਹਾਰਾਜ ਨੇ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਭੋਗ ਪਾਇਆ, ਭਾਵ ਸੰਪੂਰਨ ਕੀਤਾ ਹੈ। ਚਾਰੇ ਗੁਰ ਆਵਤ ਪਏ ਕੀਨੋ ਇਹ ਵਿਚਾਰ। ਚਾਰੇ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਮਾਨੋ ਸਤਿਗੁਰੂ ਮਹਾਰਾਜ ਆ ਜਾਂਦੇ ਹਨ। ਚੌਪਈ ਜਨਮ ਸਫਲ ਅਰਜਨ ਗੁਰ ਤੋਰਾ। ਇਹ ਆਖਦੇ ਨੇ ਕਿ ਇਹ ਅਰਜਨ ਦੇਵ ਜੀ ਤੁਹਾਡਾ ਜਿਹੜਾ ਜਨਮ ਹੈ ਸਫਲ ਹੋ ਗਿਆ ਹੈ। ਕੀਨੋ ਬਚਨ ਸਫਲ ਤੁਮ ਮੋਰਾ। ਤੁਸਾਂ ਨੇ ਸਾਡਾ ਬਚਨ ਸਫਲਾ ਕੀਤਾ। ਕਰਾਮਾਤ ਵੀ ਕਹਿਰ ਨ ਦੀਨੀ। ਕਿਉਂਕਿ ਕਰਾਮਾਤ ਨਹੀਂ ਦਿਖਾਈ, ਕਹਿਰ ਨਹੀਂ ਵਰਤਾਇਆ ਹੈ। ਪ੍ਰਥਮ ਸੀਸ ਦਾ ਖੇਦ ਨ ਲੀਨੀ। ਇਹ ਪਹਿਲਾ ਸੀਸ ਦਿੱਤਾ ਹੈ, ਸ਼ਹੀਦੀ ਕੁਰਬਾਨੀ ਦੇ ਰਹੇ ਹੋ, ਇਹਦੇ ਵਿੱਚ ਕੋਈ ਖੇਦ ਨਹੀਂ ਮੰਨਿਆ ਹੈ। ਗੁਰੂ ਨਾਨਕ ਅਸ ਬਚਨ ਉਚਾਰਾ। ਆਵੇ ਇਸੇ ਬਚਨ ਗੁਰੂ ਨਾਨਕ ਮਹਾਰਾਜ ਜੀ ਨੇ ਉਚਾਰਨ ਕੀਤੇ। ਧੰਨ ਧੰਨ ਤੁਮ ਜਗ ਕੋ ਤਾਰਾ। ਧੰਨ ਹੋ ਤੁਸੀਂ ਆ ਸੰਸਾਰ ਜਗਤ ਨੂੰ ਤਾਰਿਆ। ਅਬ ਸੁਖ ਸੋ ਨਿਜ ਧਾਮੈ ਆਵੋ। ਹੁਣ ਸੁੱਖਾਂ ਦੇ ਨਾਲ ਸੱਚਖੰਡ ਚੱਲੋ। ਅਚਲ ਅਮਰ ਨਿਜ ਆਸਣ ਪਾਵੋ। ਉਹ ਅਮਰ ਪਦਵੀ ਦੀ ਪ੍ਰਾਪਤੀ ਕਰੋ ਜੀ। ਗੁਰੂ ਅਰਜਨ ਨਿਜ ਦੇਹ ਤਜਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਉਸ ਸਮੇਂ ਜੋਤੀ ਜੋਤ ਸਮਾ ਜਾਂਦੇ ਹਨ। ਚਾਰੋਂ ਗੁਰ ਕੇ ਸੰਗ ਸਿਧਾਏ। ਸੱਚਖੰਡ ਨੂੰ ਚਲੇ ਜਾਂਦੇ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੋਤੀ ਜੋਤ ਸਮਾ ਕੇ। ਦੇਵਨ ਹਰਖ ਦੁਦੰਬੀ ਦੀਨੀ। ਉਸ ਸਮੇਂ ਦੇਵਤਿਆਂ ਨੇ ਵੀ ਧੁੰਦਵੀ ਮਹੀਨੇ ਖੁਸ਼ ਹੋ ਕੇ, ਬਹੁਤ ਜ਼ਿਆਦਾ ਦੇਵਤਿਆਂ ਨੇ ਖੁਸ਼ੀਆਂ ਮਨਾਈਆਂ। ਧੁੰਦਵੀ ਭਾਵ ਕੇ ਢੋਲ ਨਗਾਰੇ ਵਜਾਏ ਦੇਵਤਿਆਂ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸ਼ਹੀਦੀ ਤੇ ਕਲਗੀਧਰ ਮਹਾਰਾਜ ਦੇ ਬਚਨ ਆਉਂਦੇ ਨੇ। ਜੈ 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 ਸਭ ਜਗ ਪਇਓ, ਹੈ ਸਭ ਜਗ ਪਇਓ, ਜੈ 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 ਸੁਰਲੋਕ। ਗੁਰੂ ਅਮਰਦਾਸ ਮਹਾਰਾਜ ਜੀ ਵੀ ਜਦੋਂ ਰਾਮਕਲੀ ਸਦ ਬਾਬਾ ਮੋਹਨ ਜੀਆਂ, ਬਾਬਾ ਸੁੰਦਰ ਜੀਆਂ ਨੇ ਉਚਾਰੀ ਹੈ, ਸਤਿਗੁਰਾਂ ਦੇ ਬਚਨ ਮੰਨ ਕੇ, ਉਹਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਵੱਲੋਂ ਜੋ ਹੁਕਮ ਹੁੰਦਾ ਹੈ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਭਾਏ। ਮਿਤ ਪੈਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੇ। ਤੁਸੀਂ ਪੁੱਤ ਭਾਈ ਵਿਚਾਰ ਦੇਖੋ, ਹਰ ਸਤਿਗੁਰੂ ਪਹਿਨਾਵੇ। ਇਸ ਸਤਿਗੁਰੂ ਨੂੰ ਪਹਿਨਾਇਆ ਜਾਂਦਾ ਹੈ, ਸਤਿਕਾਰ ਮਿਲਦਾ ਹੈ ਸੱਚਖੰਡ ਦੇ ਵਿੱਚ। ਇਹ ਕੁਛ ਗੱਲਾਂ ਨਿਰਣਾ ਕਰਨਾ ਬਣਦਾ ਹੈ, ਧਿਆਨ ਨਾਲ ਸੁਣੋ। ਕਵੀ ਜੀ ਦਾ ਆਪਣਾ ਵਹਾਅ ਹੁੰਦਾ ਹੈ। ਹਰ ਇੱਕ ਕਵੀ ਦੀ ਆਪਣੀ ਸਮਰੱਥਾ ਹੁੰਦੀ ਹੈ। ਫਿਰ ਸਮਰੱਥਾ ਦੇ ਵਿੱਚ ਹੁੰਦਾ ਹੈ ਕਿ ਉਹਦੀ ਆਪਣੀ ਅਵਸਥਾ ਕਿੰਨੀ ਕੁ ਉੱਚੀ ਹੈ। ਅਵਸਥਾ ਦੇ ਨਾਲ ਕਵੀ ਜਨ ਲੋਕ ਆਪਣੀ ਕਵਿਤਾ ਜਾਂ ਇਤਿਹਾਸ ਨੂੰ ਵਰਣਨ ਕਰਦੇ ਨੇ, ਸੁਣਾਉਂਦੇ ਨੇ। ਇਸ ਕਰਕੇ ਸਤਿਗੁਰਾਂ ਦਾ ਆਉਣਾ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਨਾਲ ਲੈ ਕੇ ਜਾਣਾ, ਜਨਮ ਸਫਲੇ ਦੀ ਗੱਲ ਕਰਨੀ, ਇਹ ਗੱਲਾਂ ਬਹੁਤ ਛੋਟੀਆਂ ਨੇ ਜੇ ਆਪਾਂ ਮੰਨੀਏ। ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਤਾਂ ਪ੍ਰਤੱਖ ਹਰ ਆਪ ਹੀ ਪਰਮੇਸ਼ਰ ਨੇ। ਪਰਮੇਸ਼ਰ ਹੋ ਕੇ ਹੀ ਇਹ ਭਾਣਾ ਵਰਤਾਇਆ ਹੈ। ਭਾਣਾ ਵਰਤਾ ਕੇ ਫਿਰ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸੰਭਾਲਣਾ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਲੇਪ, ਐਸਾ ਰੂਪ ਸਨ ਮਹਾਰਾਜ। ਸੋ ਪਹਿਲੀਆਂ ਜੋ ਤਸੀਹੀਆਂ ਦੀਆਂ ਗੱਲਾਂ ਨੇ 2 ਮਿੰਟ ਦੇ ਅੰਦਰ ਉਹ ਵੀ ਸੁਣੋ, ਕਿਉਂਕਿ
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਭੁੱਖੇ ਰੱਖਿਆ ਗਿਆ, ਅਨੀਂਦਰੇ ਰੱਖਿਆ ਗਿਆ। ਪਹਿਲਾਂ ਸਾਰਾ ਦਿਨ ਇੱਕ ਦਿਨ ਧੁੱਪੇ ਹੀ ਬਿਠਾ ਰੱਖਿਆ, ਜੇਠ ਦੀ ਧੁੱਪ ਸੀ। ਮਹਾਰਾਜ ਨੂੰ ਫਿਰ ਸ਼ਾਮ ਨੂੰ ਕਿਹਾ ਕਿ ਮੰਨ ਜਾਓ। ਸਤਿਗੁਰੂ ਮਹਾਰਾਜ ਦਾ ਉਹੀ ਇੱਕੋ ਜਵਾਬ ਸੀ। ਦੂਸਰੇ ਦਿਨ ਫਿਰ ਚੰਦੂ ਦੁਸ਼ਟ ਨੇ ਰੇਤਾ ਗਰਮ ਕਰਾਇਆ। ਰੇਤਾ ਗਰਮ ਕਰਾ ਕੇ ਢੇਰੀ ਲਾ ਦਿੱਤੀ ਬਹੁਤ ਜ਼ਿਆਦਾ, ਫਿਰ ਉੱਤੇ ਬਿਠਾ ਦਿੱਤੇ। ਮਹਾਰਾਜ ਬੈਠੇ ਰਹੇ। ਸਾਰਾ ਦਿਨ ਇਹੀ ਸਿਲਸਿਲਾ ਚੱਲਦਾ ਰਿਹਾ। ਇੱਕ ਪਾਸੇ ਰੇਤਾ ਗਰਮ ਕਰਕੇ ਵਿਛਾ ਦਿੰਦੇ ਸੀ ਅਤੇ ਸਤਿਗੁਰਾਂ ਨੂੰ ਕਹਿੰਦੇ ਸੀ ਇਹਦੇ ਉੱਤੇ ਤੁਰੋ। ਦੂਸਰੇ ਪਾਸੇ ਰੇਤਾ ਫਿਰ ਵਿਛਾ ਦਿੰਦੇ, ਇਕੱਠਾ ਕਰ ਦਿੰਦੇ, ਫਿਰ ਕਹਿੰਦੇ ਇਹਦੇ 'ਤੇ ਬੈਠੋ। ਇਹ ਦੂਸਰਾ ਤਸੀਹਾ ਰੇਤੇ 'ਤੇ ਸੀ। ਨਾਲ ਭੁੱਖੇ ਸਨ। ਤੀਸਰਾ ਤਸੀਹਾ ਸੀ ਸਤਿਗੁਰੂ ਮਹਾਰਾਜ ਜੀਆਂ ਨੂੰ ਫਿਰ ਲੋਹ ਤਿਆਰ ਕੀਤੀ ਗਈ। ਤਵੀ ਦੇ ਉੱਤੇ ਤਵੀ ਗਰਮ ਕਰਕੇ ਸਤਿਗੁਰੂ ਮਹਾਰਾਜ ਨੂੰ ਬਿਠਾ ਦਿੱਤਾ ਗਿਆ। ਤੀਸਰੇ ਦਿਨ ਜਦੋਂ ਸਤਿਗੁਰੂ ਮਹਾਰਾਜ ਬੈਠੇ, ਜਦ ਤੱਕ ਸਾਰੀ ਬੜਾ ਸ਼ੋਰ ਪੈ ਚੁੱਕਿਆ ਸੀ, ਰੌਲਾ ਪੈ ਚੁੱਕਿਆ ਸੀ। ਸਾਈਂ ਮੀਆਂ ਮੀਰ ਆਏ। ਅੰਮ੍ਰਿਤ ਵੇਲੇ ਵੀ ਇਹ ਸੰਗਤਾਂ ਨਾਲ ਸਾਂਝੀ ਕੀਤੀ ਸੀ ਗੱਲ। ਆ ਕੇ ਬੇਨਤੀ ਕੀਤੀ, ਆਪਣੇ ਸਾਈਂ ਸੁਆਮੀ ਆਤਮਕਦਰਸ਼ੀ ਪਿਆਰੇ ਨੂੰ ਬੈਠਿਆਂ ਦੇ ਕੇ ਸਹਾਰਿਆ ਨਾ ਗਿਆ। ਕਹਿਣ ਲੱਗੇ ਲਾਹੌਰ ਅਤੇ ਦਿੱਲੀ ਦੀ ਟਿੱਟ ਵਜਾ ਦਿੰਦਾ, ਖਤਮ ਕਰ ਦਿੰਦਾ ਹਾਂ। ਮਹਾਰਾਜ ਕਹਿਣ ਲੱਗੇ ਨਹੀਂ ਸਾਈਂ ਮੀਆਂ ਮੀਰ, ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅੰਦਰ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ ਦਾ ਇਹ ਸਬਕ। ਤੁਹਾਡਾ ਪੁੱਛਿਆ ਹੋਇਆ ਸਵਾਲ ਪੂਰਾ ਕਰ ਰਹੇ ਹਾਂ। ਨਾਲੇ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਮਹਾਰਾਜ ਕਹਿੰਦੇ ਜਹ ਬੈ ਸਾਵੈ ਤੈ ਬੈਸੈ ਸੁਆਮੀ, ਜੈ ਭੇਜੈ ਤੈ ਜਾਵਾਂ। ਇਹ ਤਾਂ ਉਹਦੇ ਹੁਕਮ ਵਿੱਚ ਹੈ। ਸਾਈਂ ਮੀਆਂ ਮੀਰ ਜੀ ਬੜੇ ਦੁਖੀ ਹੋ ਕੇ ਪਰ ਮਹਾਰਾਜ ਦੇ ਬਚਨ ਸੁਣ ਕੇ ਮੁੜ ਗਏ। ਪਾਤਸ਼ਾਹ ਉਸ ਦਿਨ ਤਤੀ ਤਵੀ 'ਤੇ ਬੈਠੇ ਰਹੇ। ਤੀਸਰਾ ਦਿਨ, ਚੌਥਾ ਦਿਨ ਆ ਜਾਂਦਾ, ਫਿਰ ਤਵੀ ਤਪਾ ਦਿੱਤੀ ਗਈ। ਫਿਰ ਕਿਹਾ ਹੁਣ ਇਹਨਾਂ ਦੇ ਸ਼ੀਸ਼ ਦੇ ਉੱਤੇ ਰੇਤਾ ਪਾਓ। ਚੌਥੀ ਸਜ਼ਾ ਸੀ। ਤੱਤੇ ਤਵੀ ਤੱਤੀ ਸੀ ਅਤੇ ਰੇਤ ਤੱਤਾ ਪੈਂਦਾ ਸੀ। ਜੇਠ ਦੀ ਧੁੱਪ ਪੈਂਦੀ ਸੀ। ਸਤਿਗੁਰੂ ਮਹਾਰਾਜ ਅਡੋਲ ਬੈਠੇ ਸਨ। ਇਹ ਚੌਥਾ ਤਸੀਹਾ ਵੀ ਮਹਾਰਾਜ ਨੇ ਚੌਥੇ ਦਿਨ ਝੱਲਿਆ। ਜਦੋਂ ਦੇਖਿਆ ਦੁਸ਼ਟ ਨੇ ਅਜੇ ਵੀ ਨਹੀਂ ਮੰਨ ਰਹੇ, ਫਿਰ ਪੰਜਵਾਂ ਤਸੀਹਾ ਸੀ, ਦੇਗ ਮੰਗਾ ਲਈ। ਦੇਗ ਦੇ ਵਿੱਚ ਮਹਾਰਾਜ ਨੂੰ ਉਬਾਲਣਾ ਸ਼ੁਰੂ ਕਰ ਦਿੱਤਾ। ਭਾਵੇਂ ਕਵੀ ਜਨਾਂ ਨੇ ਪਹਿਲਾਂ ਦੇਗ ਨੂੰ ਲਿਖਿਆ, ਪਰ ਇਸ ਗੱਲ ਨੂੰ ਆਪੋ ਆਪਣੀ ਹਿਰਦੇ ਅੰਦਰ ਆਪਣਾ ਮਨ ਟਿਕਾ ਕੇ ਉਸ ਸਥਾਨ 'ਤੇ ਜਾ ਕੇ ਜਿਸ ਹਵੇਲੀ 'ਚ ਸਤਿਗੁਰਾਂ ਨੂੰ ਇਹ ਤਸੀਹੇ ਦਿੱਤੇ ਜਾ ਰਹੇ ਸਨ, ਸਾਰੇ ਸਰੀਰ ਪੈਰਾਂ 'ਤੇ ਕੋਈ ਤਨ ਨਹੀਂ ਸੀ ਰਿਹਾ ਜਿੱਥੇ ਨਹੀਂ ਫਲੂਹੇ ਸਨ। ਛਾਲੇ ਭਰ ਚੁੱਕੇ ਸੀ। ਫਿਰ ਸਤਿਗੁਰੂ ਮਹਾਰਾਜ ਨੂੰ ਦੇਗ 'ਚ ਬਿਠਾਇਆ। ਇਉਂ ਦੇਗ 'ਚ ਬਿਠਾ ਕੇ ਅੱਗ ਬਾਲਦੇ ਰਹੇ। ਪਾਣੀ ਉਬਲਦਾ ਰਿਹਾ। ਆਲੂ ਦੀ ਨਿਆਈ ਸਤਿਗੁਰੂ ਮਹਾਰਾਜ ਦਾ ਸਾਰਾ ਪਿੰਡਾ ਉਬਲ ਜਾਂਦਾ ਹੈ। ਸ਼ਾਮਾਂ ਹੋ ਜਾਂਦੀਆਂ ਨੇ। ਫਿਰ ਇਹਨਾਂ ਦੁਸ਼ਟਾਂ ਨੇ ਦੇਗ 'ਚੋਂ ਕੱਢਣਾ ਚਾਹਿਆ, ਹੱਥ ਨਹੀਂ ਸੀ ਪੈਂਦੇ ਅਤੇ ਮਹਾਰਾਜ ਇਹਨਾਂ ਤੋਂ ਨਿਕਲੇ ਵੀ ਨਹੀਂ ਹਨ। ਫਿਰ ਇਹ ਦੁਸ਼ਟ ਫਿਰ ਘਬਰਾ ਜਾਂਦਾ ਹੈ। ਘਬਰਾਇਆ ਹੋਇਆ ਦੁਸ਼ਟ ਫਿਰ ਮਹਾਰਾਜ ਨੂੰ ਇੱਕ ਦੇਗ ਗੱਡੇ 'ਤੇ ਉੱਤੇ ਰੱਖ ਕੇ ਲੈ ਜਾਂਦੇ ਨੇ। ਗੁਰਸਿੱਖਾਂ ਨੇ ਬਹੁਤ ਰੌਲਾ ਪਾਇਆ। ਬਾਹਰ ਵੀ ਸੰਗਤਾਂ ਇਕੱਠੀਆਂ ਹੋਈਆਂ। ਇਹਨਾਂ ਦੇ ਸਿਪਾਹੀਆਂ ਨੇ ਸੰਗਤਾਂ ਦੇ ਡੰਡੇ ਵੀ ਮਾਰੇ, ਪਿੱਛੇ ਕੀਤਾ। ਪਰ ਫਿਰ ਜਾ ਕੇ ਸਤਿਗੁਰੂ ਮਹਾਰਾਜ ਜੀ ਨੂੰ ਰਾਵੀ ਦਰਿਆ ਦੇ ਵਿੱਚ ਦੇਗ ਦੇ ਸਮੇਤ ਹੀ ਰੋੜ ਦਿੱਤਾ। ਰਾਵੀ ਦਿਆ ਪਾਣੀਆਂ ਤੂੰ ਠੋਕਰਾਂ ਨਾ ਮਾਰ ਵੇ, ਤੇਰੀ ਗੋਦ ਵਿੱਚ ਬੈਠੀ ਸੱਚੀ ਸਰਕਾਰ ਵੇ। ਇਉਂ ਕੁਛ ਇਤਿਹਾਸਾਂ ਦੇ ਨਾਲ ਸੰਮੇਲਨ ਕਰਕੇ ਇਹ 5 ਤਸੀਹੇ 5 ਦਿਨ ਮਹਾਰਾਜ ਨੂੰ ਦਿੱਤੇ ਗਏ। ਇਉਂ ਸਤਿਗੁਰੂ ਪਾਤਸ਼ਾਹ ਜੀ ਫਿਰ ਬੱਧੇ ਹੀ ਦਿੱਤੇ ਰੁੜਾਏ। ਕੇਸਰ ਸਿੰਘ ਛਿੱਬਰ ਲਿਖਦੇ ਨੇ, ਬੰਨੇ ਬਣਾਏ। ਕਈਆਂ ਨੇ ਲਿਖਿਆ ਵੀ ਸੰਗਲ ਵੀ ਉਸੇ ਤਰ੍ਹਾਂ ਪਏ ਹੋਏ ਸੀ ਮਹਾਰਾਜ ਦੇ, ਅਤੇ ਉਸੇ ਤਰ੍ਹਾਂ
ਫਿਰ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਇਉਂ ਸਤਿਗੁਰੂ ਮਹਾਰਾਜ ਦੀ ਸ਼ਹੀਦੀ ਹੋਈ। ਜਿਹੜਾ ਵਿਚਾਰ ਕਰਦੇ ਹਾਂ ਕਿ ਆਪ ਗਏ, ਜੇ ਹੁਣ ਚਮੜੇ ਦੀ ਗੱਲ ਕਰਦੇ ਹਾਂ ਕਿ ਚੰਦੂ ਨੇ ਲਿਆਂਦਾ, ਇੱਕ ਤਾਂ ਉਹ ਆਪ ਹਿੰਦੂ ਸੀ, ਦੂਸਰਾ ਫਿਰ ਇਉਂ ਮੰਨ ਲਓ ਵੀ ਮਹਾਰਾਜ ਡਰ ਗਏ, ਡਰਦਿਆਂ ਨੇ ਜਾ ਕੇ ਆਪਣਾ ਸਰੀਰ ਤਿਆਗ ਦਿੱਤਾ। ਫਿਰ ਸ਼ਹੀਦੀ ਕਿਵੇਂ ਆਖਾਂਗੇ? ਸ਼ਹੀਦ ਉਹ ਹੋਇਆ ਕਰਦਾ ਹੈ ਜਿਹੜਾ ਕਿਸੇ ਦੇ ਕੀਤੇ ਹੋਏ ਕਰਤੂਤ ਕਰਮ ਦੇ ਨਾਲ ਆਪਣੇ ਆਪ ਦਾ ਬਲੀਦਾਨ ਦੇਵੇ। ਇਹ ਤਾਂ ਫਿਰ ਮਹਾਰਾਜ ਆਪ ਹੀ ਜਾ ਕੇ ਸਰੀਰ ਤਿਆਗਿਆ ਸੀ। ਜੇ ਆਪਣੇ ਆਪ ਹੀ ਸਰੀਰ ਤਿਆਗ ਦਿੱਤਾ ਫਿਰ ਸ਼ਹੀਦੀ ਕਿਵੇਂ ਆਖਾਂਗੇ? ਨਹੀਂ, ਮਹਾਰਾਜ ਨੂੰ ਇਹ ਬੰਨ੍ਹ ਕੇ ਲਿਜਾ ਕੇ ਆਪ ਇਹਨਾਂ ਨੇ ਰੋੜਿਆ। ਕਿਉਂ ਸਤਿਗੁਰੂ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਹੈ। ਅਤੇ ਇਸੇ ਤਰ੍ਹਾਂ ਸਾਨੂੰ ਕੁਛ ਹੋਰ ਵੀ ਖੋਜਾਂ ਵਿਦਵਾਨਾਂ ਨੂੰ ਕਰਨੀਆਂ ਚਾਹੀਦੀਆਂ ਨੇ, ਪਰ ਇਸ ਤਰ੍ਹਾਂ ਜਿਹੜਾ ਸ਼ਹੀਦ ਕਰਨਾ ਤਾਂ ਹੀ ਹੈ ਕਿਉਂ ਇਸ ਤਰੀਕੇ ਨਾਲ ਸ਼ਹੀਦ ਕੀਤਾ ਹੈ। ਸੋ ਆਓ ਐਸੇ ਸਤਿਗੁਰਾਂ ਨੂੰ ਬਾਰ-ਬਾਰ ਪ੍ਰਣਾਮ, ਜਿਨ੍ਹਾਂ ਨੇ ਅੰਮ੍ਰਿਤ ਰੂਪ ਬਾਣੀ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰਿਆਓ। ਇਤ ਮਾਰਗ ਪੈਰ ਤਰੀਜੈ ਸਿਰ ਦੀਜੈ, ਕਾਣ ਨਾ ਕੀਜੈ। ਇੰਨੀ ਲੰਮੀ ਕਤਾਰ ਲਾ ਦਿੱਤੀ ਸ਼ਹੀਦਾਂ ਦੀ। ਅੱਜ ਤੱਕ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਉੱਤੇ ਉਹ ਕਿਹੜਾ ਦੁਨੀਆ ਦਾ ਤਸੀਹਾ ਫਿਰ ਜਿਹੜਾ ਸਿੰਘਾਂ ਸ਼ਹੀਦਾਂ ਨੇ ਸ਼ਹੀਦੀਆਂ ਪਾਉਣ ਵਾਲੇ ਆਪਣੇ ਸਿਰ 'ਤੇ ਨਹੀਂ ਚੱਲਿਆ। ਬੇਅੰਤ ਸ਼ਹੀਦ ਤਸੀਹਿਆਂ ਨੂੰ ਫਿਰ ਪਰ ਗੁਰੂ ਦੇ ਪਿਆਰ ਵਿੱਚ ਕਿਤੇ ਅਜੇ ਤੱਕ ਇਹ ਨਹੀਂ ਆਇਆ ਕਿ ਤਸੀਹੇ ਝੱਲ ਕੇ ਕਿਸੇ ਸਿੱਖ ਨੇ ਆਪਣਾ ਆਪ ਬਚਾਇਆ ਹੋਵੇ। ਹੱਸ ਹੱਸ ਕੇ ਚਰਖੜੀਆਂ 'ਤੇ ਚੜ੍ਹ ਕੇ ਤੁੰਬਾ ਉਡਾ ਕੇ ਇਹ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਏ ਹੋਏ ਪੂਰਨਿਆਂ ਨੂੰ ਅੱਜ ਤੱਕ ਖਾਲਸਾ ਸਿੱਖ ਪੂਰਨ ਨਿਭਾਉਂਦਾ ਹੈ। ਸੋ ਇਹ ਇਤਿਹਾਸ ਜਿੰਨੀ ਕੁ ਗੁਰੂ ਨੇ ਕਿਰਪਾ ਕੀਤੀ ਵਿਚਾਰਿਆ ਹੈ, ਹੋਈਆਂ ਭੁੱਲਾਂ ਮਾਫ ਕਰਨੀਆਂ। ਇਸ ਤੋਂ ਜੋ ਅਗਲਾ ਇਤਿਹਾਸ ਫਿਰ ਗੁਰਸਿੱਖਾਂ ਦਾ ਕਿਵੇਂ ਵਰਤਦਾ ਹੈ, ਕੱਲ੍ਹ ਨੂੰ ਵਿਚਾਰਾਂਗੇ। ਆਓ ਸਾਰੀਆਂ ਸੰਗਤਾਂ ਪੰਕਤੀਆਂ ਸਰਵਣ ਕਰਕੇ ਫਤਿਹ ਪ੍ਰਵਾਨ ਕਰੋ ਜੀ। ਗੁਰ ਅਰਜਨ ਨਿਜ ਦੇਤ ਜਾਏ, ਚਾਰੋ ਗੁਰ ਕੇ ਸੰਗ ਸਿਧਾਏ। ਦੇਵਨ ਹਰਖ ਦੁੰਦੁਭੀ ਦੀਨੇ, ਫੂਲ ਬਰਖਾਵਤ ਉਤਸਵ ਕੀਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ